ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ, ਗਿਆਨ ਦੇ ਸਾਗਰ, ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ, ਬੜੇ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ। ਸਤ ਸੰਗਤ ਜੀ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਹਾਂ। ਕੁਝ ਸਮਾਂ ਆਪ ਸਰਬੱਤ ਸੰਗਤਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੁਝ ਕੌਤਕ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਲਈਏ ਆਸਰਾ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਮਰਿਆਦਾ ਸਤਸੰਗਤ ਜੀ ਦੁਹਰਾਈਏ। ਆਰੰਭਤਾ ਤੋਂ ਪਹਿਲਾਂ ਸਾਰੀ ਸੰਗਤ ਕਿਰਪਾ ਕਰੋ ਜੀ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਇਹ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੈ। ਇਹ ਆਪ ਸਰਬੱਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਜਦੋਂ ਵੀ ਮੌਕਾ ਮਿਲੇ ਨਾ ਸਤ ਸੰਗਤ ਜੀ, ਮੌਕਾ ਤਾਂ ਹੈ, ਅਸੀਂ ਪਛਾਣ ਨਹੀਂ ਕਰਦੇ। ਹੈ ਸਾਡੇ ਕੋਲ ਸਮਾਂ ਸਤ ਸੰਗਤ ਜੀ, ਅਸੀਂ ਕਦੇ ਧਿਆਨ ਨਹੀਂ ਦਿੱਤਾ। ਜਦੋਂ ਵੀ ਕਿਤੇ ਭਾਗ ਚੰਗੇ ਹੋਣ, ਨਸੀਬ ਬਣੇ, ਫਤਿਹ ਬੁਲਾਉਣ ਦਾ ਮੌਕਾ ਮਿਲੇ ਤੇ ਗੱਜ ਕੇ ਬੁਲਾਇਆ ਕਰੋ ਜੀ, ਗੱਜ ਕੇ।
क्योंकि चढ़दी कला दी प्रतीक है, चढ़दी कला दी। वाहिगुरु जी का खालसा, वाहिगुरु जी की फतेह। किते सत्संगत जी ध्यान दईए ना, ਉਹ ਤੱਕੀਏ ਉਹ ਜਿਹੜੇ ਪਾਪੀ, ਜਿਹੜੇ ਜ਼ਾਲਮ, ਜਿਨ੍ਹਾਂ ਨੇ ਕਚਹਿਰੀਆਂ ਲਾਈਆਂ। ਆਪਾਂ ਥੋੜਾ ਹੀ ਸਮਾਂ ਹੋਇਆ ਨਾ ਜੀ ਸਤਸੰਗਤ ਜੀ, ਸਤਿਗੁਰਾਂ ਜੀ ਦੇ ਇਤਿਹਾਸ ਨੂੰ ਵਾਚਿਆ, ਸ਼ਹੀਦੀ ਦਿਹਾੜੇ ਲੰਘੇ ਨੇ। ਉਹ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਫਤਿਹ ਸਿੰਘ ਸਾਹਿਬ ਜੀ, ਵੇਖੋ ਕਚਹਿਰੀ ਜਾਂਦੇ ਨੇ ਜੀ। ਉੱਥੇ ਫਤਿਹ ਦਾ ਜਵਾਬ, ਫਤਿਹ ਦੇ ਸਾਹਮਣੇ ਦੇਣ ਵਾਲਾ ਕੋਈ ਨਹੀਂ ਹੈ। ਭਾਵ ਕਿ ਐਸਾ ਨਹੀਂ ਕਿ ਸਾਹਿਬਜ਼ਾਦੇ ਫਤਿਹ ਬੁਲਾਉਣਗੇ ਤੇ ਅੱਗੋਂ ਫਤਿਹ ਦਾ ਜਵਾਬ ਉਹ ਦੇ ਦੇਣਗੇ। ਨਹੀਂ, ਕੁਝ ਗੁਲਾਮ ਨੇ, ਕੁਝ ਗੁਲਾਮ ਬੈਠੇ ਨੇ ਉੱਥੇ ਸਤਸੰਗਤ ਜੀ, ਤੇ ਕੁਝ ਨਫ਼ਰਤ ਕਰਕੇ ਬੈਠੇ ਹੋਏ ਨੇ। ਉਹ ਕਿੱਦਾਂ ਫਤਿਹ ਦਾ ਜਵਾਬ ਦੇ ਸਕਦੇ ਨੇ? ਉੱਥੇ ਨੰਗੀਆਂ ਤਲਵਾਰਾਂ ਫੜ ਕੇ ਬੈਠੇ ਨੇ, ਉੱਥੇ ਹੱਥਾਂ ਦੇ ਵਿੱਚ ਬਰਛੇ ਲੈ ਕਰਕੇ ਬੈਠੇ ਨੇ। ਪਰ ਗੁਰਮੁਖੋ ਤੱਕਿਓ ਕਿਤੇ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ। ਉਹ ਕਚਹਿਰੀ 'ਚ ਜਾ ਕੇ ਨਾ ਗੱਜ ਕੇ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਿਖਾ ਰਹੇ ਨੇ ਸਤਸੰਗਤ ਜੀ, ਸਾਨੂੰ ਆਪਾਂ ਸਿੱਖੀਏ ਗੁਰਮੁਖੋ, ਸਿੱਖੀਏ ਉਹਨਾਂ ਦੇ ਕੋਲੋਂ ਕੁਝ ਸਿੱਖੀਏ। ਅੱਜ ਲੋੜ ਹੈ, ਲੋੜ ਹੈ ਸਾਨੂੰ ਸਿੱਖਣ ਦੀ। ਸੁਰਹੁ ਵਿਚਾਰ, ਜਦੋਂ ਵੀ ਸਮਾਂ ਮਿਲੇ ਨਾ, ਫਤਿਹ ਚੜ੍ਹਦੀ ਕਲਾ ਦੇ ਵਿੱਚ ਬੁਲਾਇਆ ਕਰੋ। ਫਤਿਹ ਚੜ੍ਹਦੀ ਕਲਾ 'ਚ ਹੈ ਤੇ ਫਤਿਹ ਹੈ, ਫਤਿਹ ਨਾਲ ਸਾਂਝ ਹੈ ਤੇ ਫਤਿਹ ਹੈ। ਕਿਉਂਕਿ ਵਾਹਿਗੁਰੂ ਦੀ ਬਖਸ਼ਿਸ਼ ਹੈ, ਨਾਮ ਸਿਮਰਨ ਹੁੰਦਾ ਹੈ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਵਰਤਦੇ ਨੇ। ਜਦੋਂ ਸਤਸੰਗਤ ਜੀ ਆਪਾਂ ਫਤਿਹ ਬੁਲਾਉਂਦੇ ਹਾਂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਕੱਤਰਤਾ। ਪਹਿਲਾਂ ਤਾਂ ਇਹ ਸੱਚ ਹੈ ਕਿ ਕੋਈ ਵੀ ਐਸੀ ਕਲਮ ਨਹੀਂ ਕਲਗੀਧਰ ਪਾਤਸ਼ਾਹ ਜੀ ਦੇ ਗੁਣਾਂ ਨੂੰ ਮੁਕੰਮਲ ਬਿਆਨ ਕਰ ਸਕੇ। ਕੋਈ ਵੀ ਐਸੀ ਮੱਤ ਨਹੀਂ ਕਲਗੀਧਰ ਪਾਤਸ਼ਾਹ ਜੀ ਦੇ ਮੁਕੰਮਲ ਗੁਣਾਂ ਨੂੰ ਬਿਆਨ ਕਰ ਸਕੇ। ਕੋਈ ਵੀ ਐਸੀ ਜੀਵ ਨਹੀਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਕੰਮਲ ਗੁਣਾਂ ਨੂੰ ਦੱਸ ਸਕੇ। ਇਹ ਤਾਂ ਸਤਸੰਗਤ ਜੀ ਕੁਝ ਚੌਜ ਸੱਚੇ ਪਾਤਸ਼ਾਹ ਜੀ ਦੇ ਕੁਝ ਕੌਤਕ ਆਪਾਂ ਸੰਗਤ ਰੂਪ ਦੇ ਵਿੱਚ ਸਾਂਝੇ ਕਰਦੇ ਹਾਂ, ਤਾਂ ਜੋ ਬਖਸ਼ਿਸ਼ਾਂ ਦੀ ਪ੍ਰਾਪਤੀ ਹੋ ਸਕੇ। ਬਖਸ਼ਿਸ਼ਾਂ ਦੀ ਪ੍ਰਾਪਤੀ। ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼। ਭਾਈ ਗੁਰਦਾਸ ਜੀ ਸ਼ਬਦ ਵਰਤਦੇ ਹਨ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਆਪਾਂ ਹੁਣੇ ਪੜਿਆ ਹੈ। ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਜਿਹੜਾ ਪ੍ਰਗਟ ਸ਼ਬਦ ਹੈ ਨਾ, ਇਹਦਾ ਧਿਆਨ ਦਈਏ। ਇਹ ਪ੍ਰਗਟ ਸ਼ਬਦ ਨੂੰ ਨਾ ਆਪਣੇ ਹਿਰਦੇ 'ਚ ਵਸਾ ਕਰਕੇ ਰੱਖੀਏ। ਕਹਿ ਲਓ ਕਿ ਇਸ ਪ੍ਰਗਟ ਸ਼ਬਦ ਦਾ ਨਾ ਲਾਭ ਖੱਟ ਲਈਏ। ਲਾਭ, ਇਸ ਪ੍ਰਗਟ ਸ਼ਬਦ ਦਾ ਲਾਭ ਖੱਟ ਲਈਏ। ਪ੍ਰਗਟ ਸ਼ਬਦ ਕੀ ਹੈ, ਕੀ ਅਰਥ ਹਨ? ਪ੍ਰਗਟ ਸ਼ਬਦ ਤੋਂ ਭਾਵ ਹੈ ਕਿ ਸਾਡੇ ਕੋਲ ਸੀ ਅਗਿਆਨਤਾ ਦੇ ਹਨੇਰੇ ਦੇ ਕਰਕੇ ਅਸੀਂ ਜਾਣ ਨਾ ਸਕੇ ਜਾਂ ਉੱਥੋਂ ਤੱਕ ਪਹੁੰਚ ਨਾ ਸਕੇ,
ਜਦੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਅਸੀਂ ਉੱਥੋਂ ਤੱਕ ਪਹੁੰਚ ਗਏ ਜਾਂ ਸਾਨੂੰ ਮਿਲ ਗਿਆ ਤੇ ਮਿਲੇ ਹੋਏ ਨੂੰ ਆਇਆ ਨਹੀਂ ਕਿਤੇ, ਆਇਆ ਨਹੀਂ ਕਿਤਿਓਂ, ਸਾਨੂੰ ਮਿਲ ਗਿਆ, ਅਸੀਂ ਉੱਥੋਂ ਤੱਕ ਪਹੁੰਚ ਗਏ, ਸਾਡੇ ਕੋਲ ਹੈ, ਉਹਨੂੰ ਪ੍ਰਗਟ ਕਹਿੰਦੇ ਨੇ। ਜਿਵੇਂ ਸਤਸੰਗਤ ਜੀ ਮਾਈਕ ਹੈ, ਆਪਾਂ ਇਹਦੇ ਵਿੱਚ ਬੋਲ ਰਹੇ ਹਾਂ, ਦਿਸ ਰਿਹਾ ਸਾਨੂੰ, ਲਾਈਟ ਦੇ ਜਾਣ ਕਰਕੇ ਹਨੇਰਾ ਹੋ ਜਾਵੇ, ਇਹ ਉੱਥੇ ਹੀ ਕਿਤੇ ਗਿਆ ਨਹੀਂ, ਪਰ ਹਨੇਰੇ ਦੇ ਕਰਕੇ ਨਹੀਂ ਸਾਨੂੰ ਦਿਸਿਆ। ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਹੈ ਤਾਂ ਹਮੇਸ਼ਾ ਹੀ ਜੀਵ ਦੇ ਕੋਲ ਅੰਦਰ ਆ ਨਾ। ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਕਹੋ ਰਵਿਦਾਸ ਹਾਥ ਪੇ ਨੇਰੇ, ਹੈ ਤਾਂ ਕੋਲ ਹੀ ਹੈ ਨਾ ਸਤ ਸੰਗਤ ਜੀ, ਪਰ ਸਾਨੂੰ ਭਰਮ ਦੇ ਵਿੱਚ ਪਾਇਆ ਗਿਆ। ਅਸੀਂ ਦੁਬਿਧਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਲਿਆ ਜਾਂ ਕਰ ਰਹੇ ਹਾਂ। ਇਹ ਅਸੀਂ ਧਿਆਨ ਦੇਣਾ ਹੈ ਕਿ ਕਿੱਥੋਂ ਤੱਕ ਪਹੁੰਚੇ। ਇਹ ਅਸੀਂ ਖੁਦ ਸੋਚਣਾ ਕਿ ਅਸੀਂ ਕਿਸ ਅਵਸਥਾ ਤੱਕ ਪਹੁੰਚੇ। ਭਰਮ ਦੇ ਵਿੱਚ ਪਾਇਆ ਗਿਆ ਕਿ ਭਾਈ ਪ੍ਰਮਾਤਮਾ ਇੱਕ ਵਰਗ ਦਾ ਹੈ, ਇੱਕ ਵਰਗ ਹੀ ਜਪ ਸਕਦਾ ਹੈ, ਕੋਈ ਦੂਸਰਾ ਜਪੇ ਤੇ ਅਪਵਿੱਤਰਤਾ ਫੈਲ ਜਾਵੇਗੀ, ਕੋਈ ਦੂਸਰਾ ਸੁਣੇ ਸੁਣ ਨਹੀਂ ਸਕਦਾ, ਕੋਈ ਬੋਲ ਨਹੀਂ ਸਕਦਾ। ਇਤਿਹਾਸ ਹੈ ਆਪਣੇ ਕੋਲ, ਨਾ ਸੁਣ ਦਿੱਤਾ ਜਾਂਦਾ ਸੀ, ਨਾ ਬੋਲਣ ਦਿੱਤਾ ਜਾਂਦਾ ਸੀ, ਨਾ ਧਾਰਮਿਕ ਜੋ ਸਤ ਸੰਗਤ ਜੀ ਮੰਦਿਰ ਸਨ ਉਹਨਾਂ ਦੇ ਵਿੱਚ ਨੀਵੀਂ ਜਾਤ ਵਾਲੇ ਨੂੰ ਜਾਣ ਵੀ ਨਹੀਂ ਸੀ ਦਿੱਤਾ ਜਾਂਦਾ। ਪਰ ਇਹ ਭਰਮ ਸੀ, ਇਹ ਭੁਲੇਖਾ ਸੀ। ਸੱਚੇ ਪਾਤਸ਼ਾਹ ਜੀ ਨੇ ਉਹ ਭੁਲੇਖਾ ਦੂਰ ਕੀਤਾ ਤੇ 1469 ਵੇਖੋ ਆਰੰਭਤਾ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ। ਮਤਾ ਕਿਤੇ ਸੋਚੀਏ ਮਨ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਰ ਨੇ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਹੋਰ ਨੇ, ਨਾ, ਬਿਲਕੁਲ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਵਾਲੇ ਸਤ ਸੰਗਤ ਜੀ ਸੋਚ ਹੀ ਨਹੀਂ ਸਕਦੇ। ਕਿਉਂ? ਕਿਉਂਕਿ ਸਤਿਗੁਰੂ ਜੀ ਕਹਿ ਰਹੇ ਹਨ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਸਾਨੂੰ ਸਮਝ ਆ ਜਾਵੇ। ਕਈ ਵੀਰ ਕਹਿ ਦਿੰਦੇ ਨੇ ਨਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਹੋਰ ਸਨ ਜਾਂ ਉਹਨਾਂ ਦੀ ਸੋਚ ਹੋਰ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੋਰ ਹੈ। ਨਹੀਂ ਗੁਰਮੁਖੋ, ਇਹ ਭਰਮ ਹੈ। ਇਹ ਸ਼ਬਦ ਗੁਰੂ ਦੇ ਚਰਨ ਫੜੀਏ, ਸਾਡਾ ਦੂਰ ਹੋਵੇਗਾ। ਇਹ ਨਾਮ ਦੇ ਜਹਾਜ਼ ਤੇ ਚੜੀਏ ਸਤ ਸੰਗਤ ਜੀ, ਸਿਮਰਨ ਕਰਿਆ ਕਰੀਏ, ਇਹ ਭਰਮ, ਇਹ ਦੁਬਿਧਾ ਸਾਡੇ ਦੂਰ ਹੋ ਜਾਣਗੇ। ਉਹੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ, ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਸੱਚੇ ਪਾਤਸ਼ਾਹ ਜੀ ਪ੍ਰਤੱਖ ਪ੍ਰਗਟ ਹੋਏ ਨੇ ਤੇ ਜੋ ਪ੍ਰਗਟ ਹੁੰਦਾ ਹੈ ਉਹ ਸਾਥੋਂ ਦੂਰ ਨਹੀਂ ਹੋ ਸਕਦਾ। ਕੋਈ ਸਾਥੋਂ ਉਹਨੂੰ ਖੋ ਨਹੀਂ ਸਕਦਾ ਜਾਂ ਉਹ ਚਲਾ ਨਹੀਂ ਗਿਆ, ਕੋਲ ਹੈ ਸਤ ਸੰਗਤ ਜੀ ਅੱਜ ਵੀ। ਇਹ ਤਾਂ ਬੇਨਤੀ ਕਿ ਪਹਿਲਾਂ ਉਹ ਮਨ ਸਾਡਾ ਬਣ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੇ ਹਜ਼ੂਰੀ 'ਚ ਬੈਠੇ ਆ ਨਾ, ਜੇ ਅੱਜ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਨਾ, ਤੇ ਇਹ ਅਸੀਂ ਮਨ ਦੇ ਵਿੱਚ ਸੋਚ ਲਈਏ ਕਿ ਅਸੀਂ ਅੱਜ ਵੀ ਸਤਿਗੁਰਾਂ ਜੀ ਦੇ ਨਾਲ ਬਚਨ ਕਰ ਰਹੇ ਹਾਂ। ਅੱਜ ਵੀ ਸਤਿਗੁਰਾਂ ਜੀ ਦੇ ਨਾਲ ਸਾਡੇ ਬਚਨ ਹੋ ਰਹੇ ਨੇ। ਸਤਿਗੁਰ ਜੀ ਕਿਤੇ ਦੂਰ ਨਹੀਂ ਗਏ, ਅਸੀਂ ਦੂਰੀਆਂ ਪਾ ਕੇ ਬਹਿ ਗਏ। ਸਤਿਗੁਰੂ ਜੀ ਦੂਰ ਨਹੀਂ ਗਏ ਸਾਥੋਂ, ਅਸੀਂ ਦੂਰੀਆਂ ਪਾ ਕੇ ਬਹਿ ਗਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਗਮਨ ਹੁੰਦਾ ਹੈ ਤੇ ਪ੍ਰਗਟ ਸ਼ਬਦ ਵਰਤਿਆ ਜਾਂਦਾ ਹੈ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਤੇ ਪ੍ਰਗਟ ਸ਼ਬਦ ਵਰਤਿਆ ਜਾਂਦਾ ਹੈ। ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਤਾਂ ਬੇਨਤੀ ਕਿ ਲਾਭ ਖੱਟੀਏ। ਕੀ ਲਾਭ ਖੱਟੀਏ? ਮਤਾ ਕਿਤੇ ਸੋਚਿਓ ਕਿ ਅਸੀਂ ਗੁਰੂ ਨੂੰ ਮਿਲ ਨਹੀਂ ਸਕੇ ਜਾਂ ਗੁਰੂ ਦੇ ਬਚਨ ਨਹੀਂ ਸੁਣ ਸਕੇ। ਮਿਲੋ ਭਾਈ, ਮਿਲੋ ਗੁਰੂ ਨੂੰ, ਆਓ ਮਿਲੋ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਮਿਲੋ।
सच्चे पातशाह जी दे बचन ने ना, साहिब श्री गुरु गोबिंद सिंह साहिब सच्चे पातशाह जी दे, जो मम सर करन चाहे बात, पढ़े ग्रंथ विचारे साथ। गुरु गोबिंद सिंह साहिब जी कहते कि भाई गल्लां करनियां ने साडे नाल, बचन करने ने साडे नाल। पढ़ो गुरु ग्रंथ साहिब सच्चे पातशाह जी की बाणी, पढ़ो सत संगत जी। जो मम सर करन चाहे बात, पढ़े ग्रंथ विचारे साथ। सच्चे पातशाह जी की बाणी पढ़ो, विचारो, सुनिया मन्निया मन कीता भाओ, अंतरगत तीर्थ मल नहाओ। पढ़ो सत संगत जी, करो गुरु दे नाल बचन। किते नहीं जी गए सतगुरु जी, ना जा सकते जे अज भी साडे कोल जे। लाहा खट लो वह प्रगट्यो मर्द अगमड़ा, गुरपुरब है लाहा खट लो वह प्रगट्यो मर्द अगमड़ा। गुरु दे चरनां च जुड़ मिल बैठे आ, लाहा खट लो, बचन करो गुरु दे नाल। गुरु दी बाणी पढ़ के ते बचनां नूं कमा करके उन्हां बचनां ते चल करके, सच्चे पातशाह जी दे पाए होए पूरनियां ते चल करके। वेखो चाह आ, अचाई है ना सत संगत जी, चाह तो बिना नहीं। ये सिख संगतां दे मनां च चाह है कि भाई गुरपुरब है ते चढ़ना भी चाहिए चाह। इस तो वड्डी केड़ी खुशी गुरमुखो कि गुरु दा गुरपुरब है। गुरबाणी पढ़ते हैं ना हर रोज, सच्चे पातशाह जी कृपा करते ने, मन चाहो भया प्रभ आगम सुनिया। मन चाह दे विच चला गया, पता लगा कि गुरपुरब है। मन चाहो भया प्रभ आगम सुनिया, पता लगा कि कलगीधर पातशाह जी आए हन, सतगुरु सच्चे पातशाह जी प्रगट होए हन। मन चाहो भया ते करना की है, हर मंगल गाओ सखी गृह मंदिर बनया। मंगल गाने ने, खुशी दे गीत गाने ने। क्यों गाने ने? गृह मंदिर बनया। ये हृदय रूपी घर, ये भी मंगलमई खेड़े दे विच चलिया जावे। हर गाओ मंगल नित सखीए, सोग दुख ना व्यापे। जे गावांगे ना, जे कोई पुछ लवे कि गुरपुरब मनाया, लाभ की होवेगा, मिलेगा की? सतगुरु जी की सिफत सुन रहे हाँ, सच्चे पातशाह जी की वडियाई दे नाल जुड़ रहे हाँ, गुरबाणी दे नाल जुड़ रहे हाँ, नाम सिमरन दे नाल जुड़ रहे हाँ, की मिलेगा? ते सच्चे पातशाह जी कहंदे ने, हर गाओ मंगल नित सखीए। हर रोज जुड़िया करो गुरमुखो, हर रोज। हर गाओ मंगल नित सखीए, सोग दुख ना व्यापे। सोग, चिंता, फिकर, गमी बाहर निकलांगे इन्हां तों, ये व्यापणगे नहीं। गुर चरण लागे दिन सुभागे, अपना पिर जापे। गुरु दे चरनां दे नाल जुड़न दे सदका ओ समा, ओ दिन, ओ घड़ियां ओ सुभागे हो जाते हैं, शोभा वाले हो जाते हैं, सफले हो जाते हैं। क्योंकि अपने साई नूं, अपने खसम नूं, अपने पिर नूं याद कर रहे हैं। अनहद बाणी गुर शब्द जानी, हर नाम हर रस भोगो। अनहद बाणी, बहाना नहीं कि नाम नहीं जप सकते, समा नहीं हैगा। गुरु ने लाग ही ऐसी ला देनी है, हाथ पांव कर काम सब चीत निरंजन नाल। बाहरों सुनिया ना, हुण हिरदे चों भी सुनदा है। अनहद बाणी गुर शब्द जानी, हर नाम हर रस भोगो। कहे नानक प्रभ आ मिलिया, करन कारण जोगो। आ मिलिया, आप नारायण कला थार जग मह परवरियो। आप मिलिया है साहिब श्री गुरु गोबिंद सिंह साहिब सच्चे पातशाह जी। भाई गुरदास जी भी फरमान करते ने ना, कुर्बानी तिन्ना गुरसिखा, भाई भगत गुरपुरब करन दे। कुर्बान जाइए ऐसे गुरु दे सिखा तो, जिहड़े भावना दे नाल, प्रेम दे नाल
ਸ਼ਰਧਾ ਦੇ ਨਾਲ ਗੁਰਪੁਰਬ ਕਰੰਦੇ। ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ। ਯਾਦ ਕਰਾਂਗੇ ਨਾ ਕਲਗੀਧਰ ਪਾਤਸ਼ਾਹ ਜੀ ਨੂੰ ਤੇ ਉਹ ਗੁਣ ਆਉਣਗੇ ਸਾਡੇ ਵਿੱਚ। ਆਪਾਂ ਵੀ ਸੁਪੁੱਤਰ ਬਣ ਜਾਵਾਂਗੇ ਸਤਿਗੁਰਾਂ ਜੀ ਦੇ। ਸੁਪੁੱਤਰ ਸਾਧ ਸੰਗਤ ਜੀ ਤੇ ਬਣਨਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਆਪ ਰਹਿਮਤ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਹੁੰਦਾ ਹੈ ਸਾਧ ਸੰਗਤ ਜੀ। ਤੇ ਦੱਸਿਆ ਵੀ ਸੱਚੇ ਪਾਤਸ਼ਾਹ ਜੀ ਨੇ ਆਪ ਲਿਖ ਕੇ ਜੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਉਹ ਪਟਨੇ ਦੀ ਧਰਤੀ ਨੂੰ ਭਾਗ ਲਾਏ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਪਟਨੇ ਦੀ ਧਰਤੀ ਨੂੰ ਭਾਗ ਲਾਏ ਨੇ ਸਾਧ ਸੰਗਤ ਜੀ। ਧੰਨ ਹੈ ਉਹ ਮਾਂ ਮਾਤਾ ਗੁਜਰੀ ਜੀ। ਧੰਨ ਹੈ ਮਾਂ ਮਾਤਾ ਗੁਜਰੀ ਜੀ। ਵੇਖੋ ਮਾਤਾ ਗੁਜਰ ਕੌਰ ਜੀ, ਇਹ ਅੰਮ੍ਰਿਤ ਛਕਣ ਤੋਂ ਬਾਅਦ ਇਹ ਪਦਵੀ ਹੈ, ਆਪਾਂ ਨੂੰ ਵੀ ਮਿਲਦੀ ਹੈ ਸਤ ਸੰਗਤ ਜੀ, ਪਰ ਅਸੀਂ ਧਿਆਨ ਨਹੀਂ ਦਿੰਦੇ। ਇੱਕ ਔਰ ਇਹ ਸਿੰਘ ਗੁਰਮੁਖੋ ਖੰਡੇ ਬਾਟੇ ਦੀ ਪੌ ਲਵਾਂਗੇ ਨਾ, ਫਿਰ ਇਹਦੇ ਹੱਕਦਾਰ ਬਣ ਜਾਵਾਂਗੇ। ਧੰਨ ਹੈ ਉਹ ਮਾਂ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਪਿਤਾ, ਕੌਣ ਹੈ ਪਿਤਾ? ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਮਾਤਾ ਗੁਜਰੀ ਜੀ, ਧੰਨ ਮਾਤਾ ਗੁਜਰੀ ਜੀ। ਤੇ ਪਟਨੇ ਦੀ ਧਰਤੀ ਨੂੰ ਭਾਗ ਲਾਏ ਨੇ ਸੱਚੇ ਪਾਤਸ਼ਾਹ ਜੀ ਨੇ। ਕਿਦੋਂ ਲਾਏ ਨੇ? ਪੋਹ ਸੁਦੀ 7, ਪੋਹ ਸੁਦੀ 7 ਸੰਮਤ 1723। ਪੋਹ ਸੁਦੀ 7 ਸੰਮਤ 1723 ਇਹ ਸੱਚੇ ਪਾਤਸ਼ਾਹ ਜੀ ਨੇ ਭਾਗ ਲਾਏ ਨੇ। ਵੇਖੋ ਗੁਰਮੁਖੋ, ਇਹ ਬਖਸ਼ਿਸ਼ਾਂ ਨੇ ਸੱਚੇ ਪਾਤਸ਼ਾਹ ਜੀ ਦੀਆਂ, ਕੌਤਕ ਨੇ। ਅਨੰਦਪੁਰ ਸਾਹਿਬ ਦੀ ਧਰਤੀ, ਇੱਥੇ ਸੱਚੇ ਪਾਤਸ਼ਾਹ ਜੀ ਦੇ ਕਹਿ ਲੋ ਕਿ ਕਿਉਂ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਇਹਦੇ ਪਿੱਛੇ ਸਤ ਸੰਗਤ ਜੀ ਕਿਉਂ ਪਟਨਾ ਸਾਹਿਬ, ਕਿਉਂ ਪਟਨੇ ਦੀ ਧਰਤੀ ਨੂੰ ਭਾਗ ਲੱਗੇ ਨੇ? ਇਹਦੇ ਪਿੱਛੇ ਵੀ ਸਤ ਸੰਗਤ ਜੀ ਇਹ ਗੁਰੂ ਦੇ ਪਰਉਪਕਾਰ ਹੀ ਨੇ। ਮਾਖੋਵਾਲ ਦੀ ਧਰਤੀ ਇਹ ਆਪ ਖਰੀਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਚੱਕ ਨਾਨਕੀ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਪਹਿਲਾ ਨਾਮ। ਇੱਥੇ ਕਿਉਂ ਨਹੀਂ ਪਰਿਵਾਰ ਨੇ? ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਮਾਤਾ ਗੁਜਰ ਕੌਰ ਜੀ ਨੇ। ਇੱਥੇ ਕਿਉਂ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ? ਇਹ ਪਟਨੇ ਦੀ ਧਰਤੀ ਤੇ ਕਿਉਂ? ਇਹਦੇ ਪਿੱਛੇ ਵੀ ਸਤ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਚੋਜ ਨੇ। ਆਪਣੇ ਸ਼ਰਧਾਲੂਆਂ ਦੇ ਨਾਲ, ਆਪਣੇ ਪ੍ਰੇਮ ਵਾਲਿਆਂ ਦੇ ਨਾਲ ਕੀਤੇ ਹੋਏ ਬਚਨਾਂ ਨੂੰ ਨਿਭਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਤਿਹਾਸ ਦੱਸਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਪਹਿਲੀ ਉਦਾਸੀ ਕਰ ਰਹੇ ਹਨ ਤੇ ਇੱਥੇ ਸਤ ਸੰਗਤ ਜੀ ਪਟਨਾ ਸਾਹਿਬ, ਇਹ ਸਾਲਸਰਾਏ ਜੋਹਰੀ ਦੀ ਹਵੇਲੀ ਸੀ ਸਤ ਸੰਗਤ ਜੀ। ਸਾਲਸਰਾਏ ਜੋਹਰੀ ਦੀ ਹਵੇਲੀ ਸੀ ਇਹ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਵਰਤਾਈ, ਜਿੱਥੇ ਸਤਿਗੁਰਾਂ ਜੀ ਦਾ ਪ੍ਰਕਾਸ਼ ਹੋਇਆ। ਇੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਇੱਥੇ ਪਹੁੰਚੇ ਨੇ। ਇਹ ਸਾਲਸਰਾਏ ਨੇ ਸੇਵਾ ਕੀਤੀ ਹੈ। ਇਹ ਇੰਨਾ ਪ੍ਰੇਮ ਵਾਲਾ, ਇੰਨੀ ਖਿੱਚ ਇਹਦੇ ਅੰਦਰ ਪੈਦਾ ਹੋਈ ਕਿ ਫਿਰ ਬੇਨਤੀਆਂ ਕਰਦਾ ਹੈ।
ਸਤਿਗੁਰੂ ਜੀ ਨਾ ਰਾਜਗੀਰ ਕਸਬਾ ਪੈਂਦਾ ਸਤ ਸੰਗਤ ਜੀ, ਪਟਨਾ ਸਾਹਿਬ ਜੀ ਦੇ ਪਾਸ ਹੀ। ਇੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਭੁੱਖ ਲੱਗੀ ਹੈ, ਕਿਰਪਾ ਕਰੋ ਕੁਝ ਛਕ ਲਈਏ। ਤੇ ਨਾਲ ਹੀ ਕਹਿੰਦੇ, ਸਤਿਗੁਰੂ ਜੀ ਛਕਾਂਗੇ ਕਿੱਦਾਂ, ਮਾਇਆ ਤਾਂ ਹੈ ਹੀ ਨਹੀਂ ਆਪਣੇ ਕੋਲ, ਕੌਣ ਸਾਨੂੰ ਛਕਾਵੇਗਾ, ਕੌਣ ਛਕਾਵੇਗਾ ਸਾਨੂੰ, ਮਾਇਆ ਤਾਂ ਆਪਣੇ ਕੋਲ ਨਹੀਂ ਹੈ। ਵੇਖੋ ਭਾਈ ਮਰਦਾਨੇ ਨੂੰ ਜਦੋਂ ਵੀ ਭੁੱਖ ਲੱਗੀ ਨਾ, ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਹੋਇਆ। ਭਾਈ ਮਰਦਾਨੇ ਨੂੰ ਭੁੱਖ ਲੱਗਦੀ ਤੇ ਕੌਡੇ ਵਰਗੇ ਰਾਖਸ਼ਾਂ ਦਾ ਉਧਾਰ ਹੋ ਜਾਂਦਾ ਹੈ। ਭਾਈ ਮਰਦਾਨੇ ਨੂੰ ਭੁੱਖ ਲੱਗਦੀ ਆ ਤੇ ਉਹ ਠੱਗ ਵੀ ਸੱਜਣ ਬਣ ਜਾਂਦੇ ਨੇ। ਸੋ ਰਹੋ ਵਿਚਾਰ, ਭੁੱਖ ਲੱਗੀ ਹੈ, ਸਤਿਗੁਰੂ ਜੀ ਕੁਝ ਛਕਣਾ ਹੈ, ਕੁਝ ਦਿਓ। ਤੇ ਸੱਚੇ ਪਾਤਸ਼ਾਹ ਜੀ ਨੇ ਨਾ ਆਪਣਾ ਚਰਨ ਸਤ ਸੰਗਤ ਜੀ ਧਰਤੀ ਦੇ ਉੱਤੇ ਘਿਸਾਇਆ, ਥੋੜਾ ਜਿਹਾ ਚਰਨ ਲਾ ਦਿੱਤਾ ਧਰਤੀ ਦੇ ਉੱਤੇ। ਤੇ ਸਤਿਗੁਰੂ ਜੀ ਕਹਿੰਦੇ ਨੇ, ਮਰਦਾਨਿਆਂ ਦੇਖੀ ਸਾਂ ਭਲਾ ਇੱਥੇ ਕੀ ਹੈ ਥੱਲੇ। ਭਾਈ ਮਰਦਾਨਾ ਜੀ ਦੇਖਦੇ ਨੇ ਤੇ ਇੱਕ ਲਾਲ ਕੀਮਤੀ ਹੀਰਾ ਉਹ ਭਾਈ ਮਰਦਾਨਾ ਜੀ ਆਪਣੇ ਹੱਥ ਚ ਲੈ ਲੈਂਦੇ ਨੇ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸਤ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਦੀ ਕਥਾ ਹੋ ਰਹੀ ਹੈ। ਇਹ ਨਾ ਸੋਚਿਓ ਕਿ ਇਹ ਕਿਸ ਤਰ੍ਹਾਂ ਵਿਚਾਰਧਾਰਾ ਕਿੱਧਰ ਨੂੰ, ਨਹੀਂ ਗੁਰਮੁਖੋ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੀ ਕਥਾ ਹੈ। ਸਾਨੂੰ ਇਹ ਤਾਂ ਪਤਾ ਹੋਵੇ ਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਟਨੇ ਦੀ ਧਰਤੀ ਨੂੰ ਭਾਗ ਲਾਏ ਨੇ, ਇਹਦੇ ਪਿੱਛੇ ਕੀ ਕਾਰਨ ਹੈ, ਕਿਉਂ ਲਾਏ ਨੇ। ਭਾਈ ਮਰਦਾਨੇ ਨੇ ਲਾਲ ਲਿਆ, ਤੁਰਨ ਲੱਗਾ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਵੇਚ ਪਰ ਸਸਤੇ ਮੁੱਲ ਨਾ ਵੇਚੀ, ਇਹ ਬੜਾ ਕੀਮਤੀ ਹੈ, ਮਹਿੰਗੇ ਮੁੱਲ ਵੇਚੀ। ਇਹਦੀ ਵਟਕ ਲੈ ਤੇ ਕੁਝ ਛਕ, ਮਿਟਾ ਲਾ ਆਪਣੀ ਭੁੱਖ ਨੂੰ, ਮਿਟਾ ਲਾ। ਭਾਈ ਮਰਦਾਨਾ ਜੀ ਚੱਲਦੇ ਨੇ, ਹੱਥ ਦੇ ਵਿੱਚ ਲਾਲ ਲਿਆ ਹੋਇਆ। ਵੇਖੋ ਮੁੱਲ ਉਹ ਵੀ ਉਹੀ ਪਾਉਂਦਾ ਜਿਹਨੂੰ ਪਛਾਣ ਹੈ, ਮੁੱਲ ਉਹੀ ਪਾਉਂਦਾ ਜਿਹਨੂੰ ਪਛਾਣ ਹੈ। ਜੇ ਕਿਸੇ ਹਲਵਾਈ ਨੂੰ ਦੇ ਰਹੇ ਨੇ ਤੇ ਉਹ ਕਹਿੰਦਾ, ਭਾਈ ਲੈ ਥੋੜੀ ਮਠਿਆਈ ਲੈ ਲਾ, ਛਕ ਲਾ। ਕੋਈ ਇੱਕ ਗੱਜ ਕੱਪੜਾ ਮੁੱਲ ਪਾ ਦਿੰਦਾ ਹੈ, ਕੋਈ ਥੋੜੇ ਬਹੁਤੇ ਫਲ ਦੇ ਕਰਕੇ ਕਹਿੰਦਾ, ਲੈ ਭਾਈ ਇਹ ਛਕ ਲਾ, ਰੱਖ ਲਵਾਂਗੇ, ਪਰ ਸਾਡੇ ਕਿਸੇ ਕੰਮ ਦਾ ਨਹੀਂ। ਹੌਲੀ ਹੌਲੀ ਸਤ ਸੰਗਤ ਜੀ ਸਾਲ ਸਰਾਏ ਜੋਹਰੀ ਦੇ ਕੋਲ ਪਹੁੰਚ ਜਾਂਦੇ ਨੇ ਭਾਈ ਮਰਦਾਨਾ ਜੀ। ਇੱਥੇ ਫਿਰ ਸਤ ਸੰਗਤ ਜੀ ਇਹ ਲਾਲ ਦਿੰਦੇ ਨੇ ਤੇ ਜੋਹਰੀ ਪਛਾਣ ਹੈ ਲਾਲ ਦੀ। ਉਹਨਾਂ ਹੈਰਾਨ ਹੋ ਗਿਆ ਕਿ ਇੰਨਾ ਕੀਮਤੀ ਲਾਲ। ਦੌੜ ਕੇ ਗਿਆ ਅੰਦਰ, ਇਤਿਹਾਸ ਦੱਸਦਾ ਕੁਝ ਰਜਤ ਪੰਨ 100 ਦੇ ਕਰੀਬ ਇਹ ਲੈ ਕੇ ਆਇਆ। ਆ ਕਰਕੇ ਨਮਸਕਾਰ ਕਰਕੇ ਨਾ ਲਾਲ ਨੂੰ, ਵੇਖੋ ਇਹ ਜਿਹਦਾ ਕਿੱਤਾ ਹੈ ਨਾ ਉਹਦੇ ਲਈ ਉਹ ਕਿੱਤਾ ਹੀ ਪ੍ਰਧਾਨ ਹੈ। ਨਮਸਕਾਰ ਕਰਕੇ ਉਹ ਕੁਝ ਮਾਇਆ, ਉਹ ਕੁਝ ਰਜਤ ਪੰਨ 100 ਦੇ ਕਰੀਬ ਦੇ ਦਿੱਤੇ। ਤੇ ਭਾਈ ਮਰਦਾਨਾ ਜੀ ਕਹਿੰਦੇ, ਲਾਲ। ਤੇ ਸਾਸਰਾਏ ਜੋਹਰੀ ਕਹਿੰਦਾ, ਨਹੀਂ ਇਹ ਲਾਲ ਦੀ ਕੀਮਤ ਨਹੀਂ, ਇਹ ਕੇਵਲ ਦਰਸ਼ਨੀ ਭੇਟਾ ਹੈ। ਲਾਲ ਦੀ ਕੀਮਤ ਨਹੀਂ, ਦਰਸ਼ਨੀ ਭੇਟਾ ਹੈ, ਲਾਲ ਦੀ ਕੀਮਤ ਨਹੀਂ। ਇੰਨਾ ਕੀਮਤੀ ਲਾਲ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਵਟਕ ਵੀ ਲਾ ਦੇਵਾਂ ਤੇ ਤਾਂ ਵੀ ਨਹੀਂ ਮੈਂ ਖਰੀਦ ਸਕਦਾ। ਇਹ ਤੇਰੇ ਕੋਲ ਆਇਆ ਕਿੱਥੋਂ? ਤੇ ਭਾਈ ਮਰਦਾਨਾ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ ਦੇ ਨਾ ਚਰਨਾਂ ਚ ਬੇਅੰਤ ਇਹੋ ਜਿਹੇ ਲਾਲ ਨੇ। ਸਾਸਰਾਏ ਜੋਹਰੀ ਕਹਿੰਦਾ, ਮੈਨੂੰ ਲੈ ਚੱਲ, ਦਰਸ਼ਨ ਤਾਂ ਕਰਾ।
ਜਦੋਂ ਦਰਸ਼ਨ ਕੀਤੇ ਨੇ ਨਾ ਸਤ ਸੰਗਤ ਜੀ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ, ਜਨਮ ਜਨਮ ਦੀ ਕੱਟੀਏ। ਕੱਟੀ ਗਈ ਮੈਲ, ਕੱਟੀ ਗਈ। ਤਰਲਾ ਲਿਆ ਸੱਚੇ ਪਾਤਸ਼ਾਹ ਜੀ ਦਾ, ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ। ਇਹੀ ਬਚਨ ਕੀਤੇ ਸੇ ਨਾ ਕਿ ਸਾਧ ਸਲਾਏ ਜੋਰੀ, ਆਪਣੇ ਜੀਵਨ ਰੂਪੀ ਲਾਲ ਦੀ ਪਛਾਣ ਕਰ। ਇਹ ਕਰਨੀ ਚਾਹੀਦੀ ਹੈ ਸਤ ਸੰਗਤ ਜੀ, ਆਪਾਂ ਵੀ ਕਰੀਏ। ਦੇਖਿਓ ਕਿਤੇ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ ਵਾਲੇ ਹਾਲਾਤ ਨਾ ਬਣ ਜਾਣ। ਦਿਵਸ ਗਵਾਇਆ ਖਾਏ ਕੇ, ਰਹਿਣ ਗਵਾਈ ਸੋਏ ਕੇ, ਇਹ ਹਾਲਾਤ ਨਾ ਬਣਾਈਏ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ, ਮੇਰੀ ਜਿੰਦੜੀਏ ਮਤ ਕੇ ਜਾਣੇ ਸਾਹੋ ਆਵੇ ਕਿ ਨਾ ਆਵੇ ਰਾਮ। ਢਿੱਲ ਨਾ ਕਰੋ ਗੁਰਮੁਖੋ, ਪਛਾਣ ਕਰੋ ਇਸ ਕੀਮਤੀ ਲਾਲ ਦੀ ਭਈ ਪ੍ਰਾਪਤ, ਮਾਨ ਖੁਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਇਹਦੀ ਪਛਾਣ ਕਰੀਏ। ਸੋ ਰਹੋ ਵਿਚਾਰ ਸਾਧ ਸਲਾਏ ਜੋਰੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਤਰਲਾ ਰਹਿ ਰਿਹਾ ਹੈ ਕਿ ਸੱਚੇ ਪਾਤਸ਼ਾਹ ਜੀ ਆਓ ਗਰੀਬ ਦੇ ਘਰ, ਗਰੀਬ ਨਿਵਾਜੀ ਕਰੋ। ਸਤਿਗੁਰੂ ਜੀ ਗਏ ਨੇ ਸਤ ਸੰਗਤ ਜੀ, ਇਤਿਹਾਸ ਦੱਸਦਾ ਹੈ। ਸੱਚੇ ਪਾਤਸ਼ਾਹ ਜੀ ਉੱਥੇ ਕੀਰਤਨ ਹੁੰਦਾ ਹੈ ਸਤ ਸੰਗਤ ਜੀ, ਕਾਲ ਪੁਰਖ ਪ੍ਰਮਾਤਮਾ ਦੀਆਂ ਵਡਿਆਈਆਂ ਹੁੰਦੀਆਂ ਨੇ, ਸੰਗਤਾਂ ਆਉਂਦੀਆਂ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਦੀਆਂ ਨੇ। ਸਾਧ ਸਲਾਏ ਜੋਰੀ ਲੰਗਰ ਪਾਣੀ ਦਾ ਪ੍ਰਬੰਧ ਕਰਦਾ, ਰੌਣਕਾਂ ਲੱਗ ਗਈਆਂ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਰੌਣਕਾਂ ਲੱਗ ਗਈਆਂ ਸਤ ਸੰਗਤ ਜੀ। ਸਮਾਂ ਬੀਤਿਆ ਕੁਝ ਤੇ ਸਤਿਗੁਰੂ ਜੀ ਕਹਿੰਦੇ ਹੁਣ ਅਸੀਂ ਜਾਣਾ। ਤੇ ਜੋਰੀ ਨੇ ਚਰਨ ਫੜ ਲਏ ਸੱਚੇ ਪਾਤਸ਼ਾਹ। ਵੇਖੋ ਜਿਹਦੀ ਭਾਵਨਾ ਹੈ, ਜਿਹਦੇ ਅੰਦਰ ਪ੍ਰੇਮ ਹੈ, ਉਹੀ ਚਰਨ ਫੜਦਾ ਹੈ। ਸਾਥੋਂ ਤਾਂ ਗੁਰੂ ਘਰ ਤੱਕ ਨਹੀਂ ਨਾ ਪਹੁੰਚਿਆ ਜਾਂਦਾ। ਇਹਦੀ ਭਾਵਨਾ ਹੈ, ਉਹ ਫਿਰ ਗੁਰੂ ਦੇ ਚਰਨ ਘੁੱਟ ਕੇ ਫੜ ਲੈਂਦਾ ਹੈ। ਆਪਾਂ ਵੀ ਫੜੀਏ ਹਿਰਦੇ ਚਰਨ, ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਸੱਚੇ ਪਾਤਸ਼ਾਹ ਇਹ ਰੌਣਕਾਂ, ਇਹ ਰਹਿਮਤਾਂ ਕਿੱਦਾਂ? ਤੁਸੀਂ ਚਲੇ ਜਾਣਾ, ਤੁਹਾਡੇ ਨਾਲ ਹੀ ਚਲੇ ਜਾਣੀਆਂ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਤ ਸੰਗਤ ਜੀ ਬਚਨ ਕੀਤੇ ਸਨ ਜੋਹਰੀ, ਸ਼ਾਇਦ ਤੂੰ ਨਾ ਤੱਕੇ, ਪਰ ਸਮਾਂ ਆਵੇਗਾ ਅਸੀਂ ਤੇਰੀ ਇਸ ਹਵੇਲੀ ਨੂੰ ਭਾਗ ਲਾਵਾਂਗੇ। ਕੁਝ ਸਮਾਂ ਨਹੀਂ, ਲਗਭਗ 7 ਸਾਲ ਦੇ ਕਰੀਬ ਸਤ ਸੰਗਤ ਜੀ ਪਟਨਾ ਸਾਹਿਬ ਦੀਆਂ ਗਲੀਆਂ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੇਡੇ ਨੇ। ਅਸੀਂ ਲਾਵਾਂਗੇ ਭਾਗ ਤੇਰੀ ਹਵੇਲੀ ਨੂੰ। ਉਹ ਬਚਨ ਪੂਰੇ ਕੀਤੇ ਨੇ ਸਤ ਸੰਗਤ ਜੀ, ਜਿਹੜੇ ਪਹਿਲੇ ਸਰੂਪ 'ਚ ਸਾਧ ਸਲਾਏ ਜੋਰੀ ਦੇ ਨਾਲ ਕੀਤੇ ਨੇ। ਸਮਾਂ ਬੀਤਿਆ, ਇਹ ਹਵੇਲੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਿਵਾਰ ਵੱਲੋਂ ਦੇ ਦਿੱਤੀ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਨੂੰ ਲੈ ਕਰਕੇ ਸ੍ਰੀ ਪਟਨਾ ਸਾਹਿਬ ਪਹੁੰਚਦੇ ਹਨ। ਇੱਥੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਇਓ। ਪਟਨਾ ਸ਼ਹਿਰ ਵਿਖੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ ਸਤ ਸੰਗਤ ਜੀ। ਪੋਹ ਸੁਦੀ 7 ਸੰਮਤ 1723। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਇਤਿਹਾਸਕਾਰ ਲਿਖਦੇ ਨੇ ਸਤ ਸੰਗਤ ਜੀ ਕਿ ਸੱਚੇ ਪਾਤਸ਼ਾਹ ਜੀ ਦੇ ਵੇਖੋ ਹਸੂ ਹਸੂ ਕਰਦਾ ਚਿਹਰਾ ਹੈ ਸਤਿਗੁਰਾਂ ਜੀ ਦਾ। ਉਹ ਚਿਹਰੇ ਦਾ ਨੂਰ ਜੇ ਕੋਈ ਤੱਕਦਾ ਹੈ ਨਾ ਆਪ ਮਹੂਰੇ ਸਤ ਸੰਗਤ ਜੀ, ਉਹ ਝੁਕ ਜਾਂਦਾ ਹੈ। ਇੰਨਾ ਇਲਾਹੀ ਨੂਰ ਹੈ, ਇੰਨਾ ਪ੍ਰਕਾਸ਼ ਹੈ ਚਿਹਰੇ ਦਾ। ਬਚਪਨ ਦੇ ਕੌਤਕ ਸਭ ਤੋਂ ਪਹਿਲਾਂ ਆਪਾਂ ਤੱਕਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਵੇਖੋ ਭੀਖਨ ਸ਼ਾਹ ਫਕੀਰ, ਉਹ ਸਤਿਗੁਰਾਂ ਜੀ ਦੇ ਦਰਸ਼ਨਾਂ ਨੂੰ ਆਉਂਦਾ ਹੈ। ਨਾਮ ਵੀ ਸਤ ਸੰਗਤ ਜੀ ਪਹਿਲਾਂ ਰੱਖਿਆ ਜਾਂਦਾ ਹੈ। ਵੀ ਬੇਨਤੀ ਕਰ ਦਈਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਰੱਖਦੇ ਨੇ, ਭਾਵੇਂ ਕਿ ਮੁਲਾਕਾਤ ਅਜੇ ਨਹੀਂ ਹੋਈ, ਮਿਲੇ ਨਹੀਂ ਅਜੇ। ਸਤਿਗੁਰੂ ਜੀ ਤੇ ਸ਼ਾਮ ਵੱਲ ਪ੍ਰਚਾਰ ਕਰ ਰਹੇ ਨੇ ਨਾ। ਇੱਥੇ ਸਤ ਸੰਗਤ ਜੀ ਗੁਰੂ ਦੇ ਪਿਆਰੇ ਸਿੱਖ ਸੰਗਤਾਂ ਚਿੱਠੀ ਲੈ ਕੇ ਗਏ ਨੇ, ਵਧਾਈ ਦੀ ਚਿੱਠੀ
कि सच्चे पातशाह जी घर लाल आया, घर लाल आया, पुत्र दा आगमन होया घर। इथों फिर सच्चे पातशाह जी ने चिट्ठी लिख करके गोबिंद राय नाम रखिया सी धन गुरु गोबिंद सिंह साहब सच्चे पातशाह जी दा। साहब श्री गुरु तेग बहादुर साहब सच्चे पातशाह जी ने आप बाल सत संगत जी कुछ महीनिਆਂ ਦਾ ਭਾਵ सतगुरु धन गुरु गोबिंद सिंह साहब सच्चे पातशाह जी दी अरबला। इधरों फिर जिस वेले सच्चे पातशाह धन साहब श्री गुरु गोबिंद सिंह साहब जी दा प्रकाश हुंदा है पटने दी धरती ते भीखन शाह फकीर साध संगत जी ये ठसका नगर है, ये पंजाब च पटने दी धरती बिहार। सतगुरां जी दा प्रकाश पटने दी धरती ते हो रहा है ते भीखन शाह फकीर इधर अपने नगर वो नमाज पढ़ रहा है, वो सजदा कर रहा है। ते जदों अज सजदा कीता है ना, जदों अज नमाज पढ़ी है ना, वेखो आपो अपने रीति रिवाज ने सारियां नूं भाउंदे ने, किसे नूं माड़ा नहीं कहना चाहिदा। ये नमाज पढ़ते ने सत्संगत जी पश्चिम वल नूं मूँह करके, लहिंदे वल नूं पश्चिम वल नूं मूँह करके ना सजदा कीता जांदा है। अज भीखन शाह फकीर ने ना सजदा जिहड़ा वो पश्चिम वल नूं नहीं कीता, वो चढ़दे वल नूं, वो पटने दी धरती वल नूं अपना मुखार करके मुख करके सजदा करदा है। ते जिहड़े चेले चाकरे ने ना वो कहिंदे ने फकीर जी की गल उम्र वडेरी हो गई, झल्ले तां नहीं हो गए, किधर नूं सजदा करी जांदे जी। ते फकीर दे बचन सन कि जिस खुदा नूं लभदे आ ना, जिस खुदा नूं सुरत करके सजदा करदे आ ना, वो खुदा अज पटने दी धरती ते आ गया आप। वेखो जिन्हां नूं पछाण है, जिन्हां नूं सोझी है, वो पटने दी धरती ते आ गया है। वो अल्लाह दा नूर पटने दी धरती ते आ गया है। वो खुदा पटने दी धरती ते आया। ये पीर जी दे वचन ने ते गुरमुखो किते इत्थे तक्किओ भी अपने आप नूं भी कि सच्चे पातशाह जी दे सन्मुख तां पीर झुक रहे ने। असली ते असीं नकलियां दे अगे ही सतगुरु नूं छड्ड के झुकी जाने। ये भी थोड़ा ध्यान दिया करो। पढ़ते हैं सगल द्वार को छाड़ के गए तुहारू द्वार, बाहे गहे की लाज अस गोबिंदास तुहार, अमल करया करिए। पढ़ते हैं पाई गए जब ते तुमरे तब ते को आंख तरे नहीं आने हो, राम रहीम पुराण कुरान अनेक कहे मत एक न माने हो, अमल करया करिए। अमल करया करिए सत्संगत जी। सरोह विचार पीर जी चले ने, सैकड़े मील सत्संगत जी पैदल चल के श्री पटना साहब पहुंचे ने। सैकड़े मील पैदल चल के श्री पटना साहब पहुंचते ने। जिन्हां नूं भुख हुंदी है ना दर्शनां दी, वो अमृत वेला सौ के नहीं जी नगाउंदे। जिन्हां दे अंदर तांग हुंदी है दर्शनां दी, जिहड़े तरला लैंदे ने मन में चितवो चितवनी उदम करो उठ नीत, हर कीर्तन का आहारो हर देहो नानक के मीत। जिहड़े तरला लैंदे ने अंतर जामी पुरख विधाते, सरदा मन की पूरे, नानक दास यह सुख मांगे मोको कर, संतन की तूरे। जिहड़े तरला लैंदे ने ना ਉਹ सत संगत जी अमृत वेला सौ के नहीं जी नगाउंदे। ये बेनतियां ने नाल वेखो गुरपुरब मनाउणे, सच्चे पातशाह जी दे चरण परसने वड्डे भागां दी निशानी है। कुर्बानी तिन्ना गुरसिखां भाई भगत गुरपुरब करंदे। पर कुछ लईए जरूर, कुछ सिखीए जरूर, कुछ साडे पल्ले जरूर पवे। साडी अवस्था च साडी शख्सियत च फर्क जरूर पवे। ਅਸੀਂ ਗੁਰੂ ਵੱਲ ਨੂੰ ਤੁਰੀਏ, ਗੁਰੂ ਵੱਲ ਨੂੰ। ਇਹ ਤਾਂ ਸਫਲੇ ਨੇ ਬਣਾਏ ਹੋਏ, ਇਹ ਤਾਂ ਸਫਲੇ ਨੇ ਸਤ ਸੰਗਤ ਜੀ। ਪੀਰ ਜੀ ਤੁਰੇ ਨੇ, ਤੁਰੇ ਨੇ ਪੀਰ ਜੀ ਗੁਰੂ ਵੱਲ ਨੂੰ। ਕਿਉਂ ਤੁਰੇ ਨੇ? ਦਰਸ਼ਨ ਕਰਨ ਲਈ ਤੁਰੇ ਨੇ।
ਭੀਖਣ ਸ਼ਾਹ ਫਕੀਰ ਸੈਂਕੜੇ ਮੀਲ ਉਹ ਪੈਂਡਾ ਕਰਕੇ ਪਟਨਾ ਸਾਹਿਬ ਪਹੁੰਚਦੇ ਨੇ। ਉੱਥੇ ਫਿਰ ਸਤ ਸੰਗਤ ਜੀ ਦਰਸ਼ਨਾਂ ਦੀ ਮੰਗ ਕਰਦੇ ਨੇ। ਉੱਥੇ ਇਤਿਹਾਸ ਦੱਸਦਾ ਹੈ ਕਿ ਸੇਵਾਦਾਰ ਆਉਂਦੇ ਨੇ, ਮਾਮਾ ਜੀ ਆਉਂਦੇ ਨੇ, ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ, ਤੇ ਉਹ ਕਹਿੰਦੇ ਨੇ ਨਹੀਂ, ਤੁਹਾਡੀਆਂ ਝੋਲੀਆਂ ਭਰ ਦਿੰਨੇ ਆ, ਤੁਹਾਨੂੰ ਦਾਤਾਂ ਦੇ ਦਿੰਨੇ ਆ, ਮੰਗੋ, ਜੋ ਮੰਗੋਗੇ ਮਿਲੇਗਾ। ਤੇ ਭੀਖਣ ਸ਼ਾਹ ਜੀ ਕਹਿੰਦੇ ਨੇ ਕਿ ਜੇ ਗੁਰੂ ਦੇ ਦਰਸ਼ਨਾਂ ਤੋਂ ਉੱਤੇ ਕੋਈ ਚੀਜ਼ ਹੈਗੀ ਹੈ, ਜੇ ਖੁਦਾ ਦੇ ਦਰਸ਼ਨਾਂ ਤੋਂ ਉੱਤੇ ਕੋਈ ਚੀਜ਼ ਹੈਗੀ ਤੇ ਉਹ ਦੇ ਦਿਓ। ਅਸੀਂ ਤਾਂ ਦਰਸ਼ਨ ਹੀ ਕਰਨੇ ਨੇ, ਤੇ ਕੁਝ ਸਮਾਂ ਬੈਠੇ ਵੀ ਨੇ ਉੱਥੇ, ਕੁਝ ਸਮਾਂ ਬੈਠੇ ਵੀ ਨੇ ਉੱਥੇ। ਫਿਰ ਇੱਕ ਐਸਾ ਦਿਨ ਆਉਂਦਾ ਸਤ ਸੰਗਤ ਦੀ ਸੁਭਾਗਾ, ਜਿਸ ਦਿਨ ਇਹ ਬਾਲ ਸ਼ਬਦ ਸਤ ਸੰਗਤ ਜੀ ਇਤਿਹਾਸ ਨੂੰ ਬਿਆਨ ਕਰਨ ਦੇ ਲਈ ਵਰਤਣਾ ਪੈਂਦਾ ਹੈ। ਛੋਟੀ ਅਰਬਲਾ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭੀਖਣ ਸ਼ਾਹ ਫਕੀਰ ਦਰਸ਼ਨ ਕਰ ਰਹੇ ਨੇ। ਇੱਥੇ ਮਾਣੀ ਮਨ ਸਤ ਸੰਗਤ ਜੀ ਮਾਣੀ ਮਨ ਬੇਨਤੀ ਕਰਦੇ ਨੇ। ਵੇਖੋ, ਮਨ ਕਰਕੇ ਬੇਨਤੀ ਕਰ ਸਕਦੇ ਨੇ, ਤੇ ਸੱਚੇ ਪਾਤਸ਼ਾਹ ਜੀ ਨਿਵਰਤ ਵੀ ਕਰ ਦਿੰਦੇ ਨੇ। ਅਜਮਤ ਵਰਤਾ ਕਰਕੇ ਸ਼ੰਕਿਆਂ ਨੂੰ ਦੂਰ ਕਰ ਦਿੰਦੇ ਨੇ। ਪਰ ਦ੍ਰਿਸ਼ਟਮਾਨ ਕੌਤਕ ਉਹ ਸਾਡੇ ਭਲੇ ਦੇ ਲਈ। ਉਹ ਇਤਿਹਾਸ ਦੱਸਦਾ ਕਿ 2 ਕੁੱਜੀਆਂ ਪੀਰ ਜੀ ਨੇ ਲਈਆਂ, ਇੱਕ ਦੇ ਵਿੱਚ ਜਲ ਪਾਇਆ ਤੇ ਇੱਕ ਦੇ ਵਿੱਚ ਦੁੱਧ, ਤੇ ਮਨ ਦੇ ਵਿੱਚ ਸੋਚਿਆ ਕਿ ਜੇ ਇਹ ਜਲ ਦੇ ਉੱਤੇ ਹੱਥ ਰੱਖਣਗੇ ਤੇ ਅਸੀਂ ਸਮਝਾਂਗੇ ਹਿੰਦੂਆਂ ਦੇ ਨੇ, ਦੁੱਧ ਵਾਲੀ ਕੁੱਜੀ ਦੇ ਉੱਤੇ ਹੱਥ ਰੱਖ ਦੇਣਗੇ ਤੇ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਦੇ ਨੇ। ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕਰ ਦਿੱਤੇ। ਉਹ ਸੋਹਣੇ ਸੋਹਣੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਸਤਿਗੁਰਾਂ ਜੀ ਨੇ ਦੋਵਾਂ ਹੀ ਕੁੱਜੀਆਂ ਦੇ ਉੱਤੇ ਹੱਥ ਰੱਖ ਦਿੱਤਾ। ਦੋਵੇਂ ਹੱਥ ਦੋਵਾਂ ਕੁੱਜੀਆਂ ਦੇ ਉੱਤੇ ਰੱਖ ਦਿੱਤੇ, ਤੇ ਭੀਖਣ ਸ਼ਾਹ ਫਕੀਰ ਜੀ ਸਮਝ ਗਏ ਕਿ ਇਹ ਸਭਨਾਂ ਦੇ ਸਾਂਝੇ ਨੇ। ਉੱਥੇ ਇਤਿਹਾਸ ਦੱਸਦਾ ਗੁਰਮੁਖੋ ਭਾਵਨਾ ਵਾਲੇ ਕਿ ਭੀਖਣ ਸ਼ਾਹ ਫਕੀਰ ਜੀ ਨੂੰ ਨਾ ਉਹਨਾਂ ਦੋਵਾਂ ਕੁੱਜੀਆਂ ਦੇ ਵਿੱਚੋਂ ਇੱਕ ਜੋਤ ਨਿਕਲਦੀ ਦਿਸਦੀ ਹੈ, ਤੇ ਉਹ ਬਚਨ ਕਰਦੇ ਨੇ ਕਿ ਇਹ ਕੋਈ ਤੀਸਰ ਪੰਥ ਐਸਾ ਰਚਣਗੇ ਜਿਹੜਾ ਪੰਥ ਸਭਨਾਂ ਨੂੰ ਉਜਾਗਰ ਕਰੇਗਾ। ਤੇ ਹੋਇਆ ਵੀ ਏਦਾਂ ਸਤ ਸੰਗਤ ਜੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੂੰ ਮੈਂ ਕਰੂੰ ਨਿਵਾਸ। ਹੋਇਆ ਨਾ ਏਦਾਂ। ਉਹ ਭਾਈ ਜੈਤਾ ਜੀ ਆਏ ਸਨ ਨਾ, ਪੁੱਛਿਆ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਨੇ, ਤੇ ਉਹ ਭਾਈ ਜੈਤੇ ਨੂੰ ਸੱਚੇ ਪਾਤਸ਼ਾਹ ਜੀ ਨੇ ਗਲ ਦੇ ਨਾਲ ਲਾ ਕੇ ਕਿਹਾ ਸੀ ਨਾ, ਰੰਗ ਰੇਟੇ ਗੁਰੂ ਕੇ ਬੇਟੇ ਰਹੋ ਪੰਥ ਕੇ ਸੰਗ ਸਦਾ ਸਮੇਟੇ। ਉਦੋਂ ਪੁੱਛਿਆ ਵੀ ਸੀ ਕਿ ਕੀ ਦਿੱਲੀ ਕੋਈ ਸਿੱਖ ਨਹੀਂ ਸੀ, ਹੋਰ ਨਹੀਂ ਕੋਈ ਅੱਗੇ ਆਇਆ? ਤੇ ਕਿਹਾ ਸੀ ਸੱਚੇ ਪਾਤਸ਼ਾਹ ਸਿੱਖ ਤਾਂ ਬੜੇ ਸਨ, ਪਰ ਕੋਈ ਵੱਖਰੀ ਪਛਾਣ ਹੀ ਨਹੀਂ ਹੈ, ਕੀ ਕਰੀਏ? ਸਤਿਗੁਰੂ ਜੀ ਕਹਿੰਦੇ ਸੀ ਉਸ ਵੇਲੇ ਬਚਨ ਕੀਤੇ ਕਿ ਹੁਣ ਐਸਾ ਸਿੱਖ ਸਜਾਵਾਂਗਾ ਕਿ ਲੱਖਾਂ ਚ ਖਲੋਤਾ ਵੀ ਦਿਸ ਪਿਆ ਕਰੇਗਾ, ਭੀੜ ਪਵੇਗੀ ਤੇ ਭੱਜੇਗਾ ਨਹੀਂ। ਸੋ ਇਹ ਬਚਨ ਨਾ ਉਦੋਂ ਹੀ ਸਤ ਸੰਗਤ ਜੀ, ਉਹ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲੀ ਹੈ ਨਾ, ਉਹਨਾਂ ਨੂੰ ਸਮਝ ਆ ਜਾਂਦੀ ਹੈ। ਬਚਨ ਕੀਤੇ ਨੇ, ਭੀਖਣ ਸ਼ਾਹ ਫਕੀਰ ਨੇ ਦਰਸ਼ਨ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਅਜਮਤਾਂ ਦੀ ਪ੍ਰਾਪਤੀ ਹੋਈ ਹੈ। ਮਨ ਦਗ ਦਗ ਹੋ ਗਿਆ ਦਰਸ਼ਨ ਕਰਕੇ। ਇਹ ਬਚਪਨ ਦੇ ਕੌਤਕ ਨੇ ਸੱਚੇ ਪਾਤਸ਼ਾਹ ਜੀ ਦੇ। ਇਸ ਤੋਂ ਅੱਗੇ ਸਤ ਸੰਗਤ ਜੀ, ਜੇ ਆਪਾਂ ਸਤਿਗੁਰਾਂ ਜੀ ਦੇ ਕੌਤਕਾਂ ਨੂੰ ਤੱਕਦੇ ਆ ਨਾ, ਤੇ ਬਖਸ਼ਿਸ਼ਾਂ ਸਤਿਗੁਰਾਂ ਜੀ ਦੀਆਂ ਬੇਅੰਤ ਨੇ ਸਤ ਸੰਗਤ ਜੀ। ਵਿਚਿੱਤਰ ਕੌਤਕ ਨੇ ਸੱਚੇ ਪਾਤਸ਼ਾਹ ਜੀ ਦੇ। ਭੀਖਣ ਸ਼ਾਹ ਫਕੀਰ ਨੂੰ ਦਰਸ਼ਨ ਦਿੱਤੇ ਨੇ। ਇੱਥੇ ਫਿਰ ਸਤ ਸੰਗਤ ਜੀ ਸਤਿਗੁਰੂ ਜੀ ਨਾ ਰੇੜਾ ਲਿਆ ਕੇ ਦਿੱਤਾ। ਕੁਝ ਦਿਨ ਸਤ ਸੰਗਤ ਜੀ ਰੇੜੇ ਨਾਲ ਤੁਰੇ ਦੇ, ਤੇ ਹੁਣ ਸਮਾਂ ਆਇਆ ਕਿ ਉਹ ਮਾਂ ਦੀਆਂ ਸਦਰਾਂ ਨੂੰ ਤੱਕਦੇ ਹੋਏ ਆਪਣੇ ਕਦਮਾਂ ਤੇ ਆਪ ਤੁਰਨ ਲੱਗ ਪਏ ਨੇ। ਤੇ ਜਦੋਂ ਆਪਣੇ ਕਦਮਾਂ ਤੇ ਤੁਰਦੇ ਨੇ ਨਾ, ਫਿਰ ਬੜੇ ਹੀ ਬਾਲ ਕੌਤਕ ਸੱਚੇ ਪਾਤਸ਼ਾਹ ਜੀ ਨੇ। ਉਹ ਪਟਨਾ ਸਾਹਿਬ ਸਤ ਸੰਗਤ ਜੀ ਕਿਤੇ ਦਰਸ਼ਨ ਕਰਨ ਜਾਈਏ ਨਾ,
ਤੇ ਉਹ ਕੰਗਣ ਘਾਟ, ਉਹ ਜਿੱਥੇ ਸਤਸੰਗਤ ਜੀ ਬਜ਼ੁਰਗ ਮਾਈ ਚਰਖਾ ਕੱਤ ਰਹੀ ਸੀ ਤੇ ਉਹ ਖੇਡਦੇ ਖੇਡਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਜਾ ਕੇ ਨਾ ਸੂਤ ਦੇ ਤੰਦ ਤੋੜ ਦਿੰਦੇ ਨੇ। ਤੇ ਮਾਈ ਆਉਂਦੀ ਮਾਤਾ ਗੁਜਰ ਕੌਰ ਜੀ ਦੇ ਕੋਲ ਸ਼ਿਕਾਇਤ ਕਰਦੀ ਹੈ ਤੇ ਸੱਚੇ ਪਾਤਸ਼ਾਹ ਜੀ ਉਹ ਤੋਤਲੀ ਜੀ ਜ਼ੁਬਾਨ ਦੇ ਨਾਲ ਬਚਨ ਕਰ ਦਿੰਦੇ ਨੇ ਕਿ ਇਹ ਤੰਦ ਮੈਂ ਨਾ ਸੂਤ ਦੇ ਨਹੀਂ ਤੋੜੇ, ਮੈਂ ਤੇ ਇਹਦੀ 84 ਕੱਟ ਦਿੱਤੀ ਹੈ। ਤੇ ਕੱਟੀ ਵੀ ਜਾਂਦੀ ਹੈ, ਕੱਟੀ ਵੀ ਜਾਂਦੀ ਸਤ ਸੰਗਤ ਜੀ। ਇਹ ਬਖਸ਼ਿਸ਼ਾਂ ਕੀਤੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਵੇਖੋ ਜੇ ਖੇਡਦੇ ਨੇ ਤੇ ਖੇਡਾਂ ਕਿਹੋ ਜਿਹੀਆਂ ਖੇਡਦੇ ਨੇ, ਆਪਣੇ ਹਾਣੀਆਂ ਦੇ ਨਾਲ, ਆਪਣੇ ਸਾਥੀਆਂ ਦੇ ਨਾਲ। ਉਹ ਜਿਹੜੇ ਕੌਤਕ ਵੱਡੇ ਹੋ ਕੇ ਕਰਨੇ ਨੇ ਨਾ, ਉਹ ਬਚਪਨ ਤੋਂ ਹੀ ਝਲਕਾਂ ਪੈ ਰਹੀਆਂ ਨੇ। ਉਹ ਜੰਗ ਜੁੱਧ ਕਰਨਾ ਬਚਪਨ ਤੋਂ ਹੀ ਖੇਡਾਂ ਖੇਡਦੇ ਨੇ। ਉਹ ਛੋਟੇ ਛੋਟੇ ਤੀਰ ਕਮਾਨ ਹੱਥਾਂ ਦੇ ਵਿੱਚ ਲੈ ਕਰਕੇ ਖੇਡਾਂ ਖੇਡਦੇ ਨੇ। ਉਹ ਜੇ ਖੂਹ ਤੋਂ ਕੋਈ ਜਲ ਭਰਦਾ ਹੈ ਤੇ ਗੁਲੇਲਾ ਮਾਰ ਕੇ ਨਾ ਘੜਾ ਭੰਨ ਦਿੰਦੇ ਨੇ। ਪਰ ਇਹਦੇ ਪਿੱਛੇ ਵੀ ਕੌਤਕ ਨੇ, ਕੌਤਕ ਨੇ। ਸ਼ਿਕਾਇਤ ਹੁੰਦੀ ਮਾਤਾ ਗੁਜਰ ਕੌਰ ਜੀ ਦੇ ਕੋਲ, ਮਾਤਾ ਗੁਜਰੀ ਜੀ ਦੇ ਪਾਸ ਆ ਕਰਕੇ ਸ਼ਿਕਾਇਤਾਂ ਹੁੰਦੀਆਂ ਨੇ। ਘੜਾ ਤੋੜ ਦਿੱਤਾ, ਮਾਂ ਗਾਗਰਾਂ ਦੇ ਕੇ ਨਵਾਜਦੀ ਹੈ। ਤੀਰ ਮਾਰ ਕੇ ਗਾਗਰਾਂ ਅਭਿਸ਼ੇਕ ਕਰਨੇ, ਸ਼ਿਕਾਇਤਾਂ ਹੋਣੀਆਂ। ਮਾਤਾ ਗੁਜਰੀ ਜੀ ਦੇ ਪਾਸ ਸੱਚੇ ਪਾਤਸ਼ਾਹ ਜੀ ਨੂੰ ਬੁਲਾਉਣਾ ਤੇ ਸਤਿਗੁਰੂ ਜੀ ਨੇ ਨਾ ਬਚਨ ਕਰਨੇ ਕਿ ਮਾਂ ਜਰਾ ਤੱਕੋ ਤਾਂ ਸਹੀ ਜਲ ਨੂੰ। ਤੇ ਜਦੋਂ ਜਿਸ ਗਾਗਰ ਦੇ ਵਿੱਚ ਛੇਕ ਕੀਤਾ ਹੋਣਾ, ਉਹਨੂੰ ਤੱਕਿਆ ਜਾ ਕੇ ਤੇ ਦੇਖਿਆ ਤੇ ਉਸ ਗਾਗਰ ਦੇ ਵਿੱਚ ਜਲ ਦੇ ਵਿੱਚ ਨਾ ਸੱਪ ਪਿਆ ਹੋਇਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਛੇਕ ਨਾ ਕਰਦੇ, ਜਲ ਨੂੰ ਨਾ ਰੋੜਦੇ, ਇਹ ਛਕ ਲੈਂਦੇ ਤੇ ਨੁਕਸਾਨ ਹੋਣਾ ਸੀ। ਇਹ ਕੌਤਕ ਨੇ ਸੱਚੇ ਪਾਤਸ਼ਾਹ ਜੀ ਦੇ। ਜੇ ਮਾਂ ਨੇ ਕੰਗਣਾ ਪਵਾਇਆ, ਕੜੇ ਪਵਾਏ ਨੇ ਹੱਥਾਂ 'ਚ, ਕਿਹੜੇ? ਸੋਨੇ ਦੇ ਕੜੇ, ਜਿਨ੍ਹਾਂ ਦੇ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਨੇ। ਤੇ ਉਹ ਗੰਗਾ ਦੇ ਕੰਢੇ ਤੇ ਚਲੇ ਜਾਂਦੇ ਨੇ। ਉਹ ਲਾ ਕੇ ਨਾ ਹੱਥ ਤੋਂ ਕੜਾ, ਉਹ ਸੋਨੇ ਦਾ, ਤੇ ਉਹ ਜਲ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਬਚਪਨ ਦੇ ਕੌਤਕ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ। ਮਾਂ ਦੇਖਦੀ ਹੈ ਕਿ ਕੜਾ ਹੀ ਨਹੀਂ, ਕੰਗਣਾ ਹੀ ਨਹੀਂ ਹੈਗਾ ਹੱਥ ਦੇ ਉੱਤੇ। ਪੁੱਛਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਮਾਤਾ ਗੁਜਰ ਕੌਰ ਜੀ ਨੂੰ ਨਾਲ ਲੈ ਕਰਕੇ ਉੱਥੇ ਚਲੇ ਜਾਂਦੇ ਨੇ। ਪੁੱਛਿਆ ਕਿੱਥੇ ਸੁੱਟਿਆ ਹੈ? ਦੂਸਰਾ ਵੀ ਉਤਾਰ ਕੇ ਸੁੱਟ ਦਿੰਦੇ ਨੇ। ਕਹਿੰਦੇ ਮਾਂ ਇੱਥੇ ਸੁੱਟਿਆ ਹੈ। ਪਕੜ ਨਹੀਂ ਸਤ ਸੰਗਤ ਜੀ, ਬਚਪਨ ਤੋਂ ਹੀ ਨਹੀਂ। ਮੋਹ ਨਹੀਂ ਹੈ, ਪ੍ਰੇਮ ਦੀ ਤਾਂ ਅਥਾਹ ਮੂਰਤ ਹਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਪਰ ਮੋਹ ਦੀਆਂ ਤੰਦਾਂ ਤੋਂ ਪਰੇ ਹਨ, ਮੋਹ ਦੀਆਂ ਤੰਦਾਂ ਤੋਂ ਪਰੇ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਬਚਪਨ ਦੇ ਕੌਤਕ ਨੇ। ਉੱਥੇ ਕੰਗਣ ਘਾਟ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜੇ ਕੋਈ ਕੋਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਚ ਆਉਂਦਾ ਹੈ ਤੇ ਉਹਦੇ ਕੋਹੜ ਨੂੰ ਦੂਰ ਕਰ ਦਿੰਦੇ ਨੇ। ਕੋਹੜ ਨੂੰ ਦੂਰ ਕਰਦੇ ਨੇ। ਪਟਨਾ ਸਾਹਿਬ ਦੀਆਂ ਘਟਨਾਵਾਂ ਨੇ, ਪਟਨਾ ਸਾਹਿਬ ਦੀਆਂ। ਤੇ ਜੇ ਕੋਈ ਰਾਣੀ ਸਤ ਸੰਗਤ ਜੀ ਉਹ ਇੱਛਾ ਕਰਦੀ ਹੈ ਕਿ ਪੁੱਤਰ ਦੀ ਪ੍ਰਾਪਤੀ ਹੋਵੇ, ਪੁੱਤਰ ਦੀ, ਤੇ ਪੁੱਤਰ ਵੀ ਕੈਸਾ ਹੋਵੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਰਾਣੀ ਮੈਣੀ ਤੇ ਉਹਦੀ ਗੋਦ 'ਚ ਬੈਠ ਕਰਕੇ ਨਾ ਉਹਨੂੰ ਆਵਾਜ਼ ਦਿੰਦੇ ਨੇ ਮਾਂ। ਇਹ ਬਚਪਨ ਦੇ ਕੌਤਕ ਨੇ। ਜੇ ਪੰਡਿਤ ਸ਼ਿਵਦੱਤ ਹਰ ਰੋਜ਼ ਸਤ ਸੰਗਤ ਜੀ ਵੇਖੋ, ਉਹਨਾਂ ਦਾ ਰੀਤੀ ਰਿਵਾਜ ਹੈ। ਉਹ ਲੱਡੂ ਲੈ ਕੇ ਗੰਗਾ ਦੇ ਕਿਨਾਰੇ ਜਾਂਦਾ ਹੈ ਕਿ ਹੇ ਭਗਵਾਨ ਜੀ ਛਕੋ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੇਡਦੇ ਖੇਡਦੇ ਨਾ ਉਹ ਲੱਡੂ ਛਕ ਜਾਂਦੇ ਨੇ। ਪੰਡਿਤ ਨੂੰ ਗੁੱਸਾ ਚੜਦਾ ਹੈ, ਇਹ ਕਿੱਦਾਂ ਹੋ ਗਿਆ, ਇਹ ਕਿੱਦਾਂ ਹੋ ਗਿਆ। ਤੇ ਸਤ ਸੰਗਤ ਜੀ ਫਿਰ ਸਮਾਂ ਬਣਦਾ ਹੈ ਕਿ ਉਹ
जिस भावना वेखो एक खिच हुंदी ही भगत दे अंदर, जिस तरह की भावना प्रगट हुंदी है ना, परमात्मा उसे रूप च ही दर्शन दे देंदे ने। वो पंडित शिवदत्त भावना बनाउंदा है कि जे तुसीं पूरे हो ते मैनू श्री रामचंद्र जी दे रूप च दर्शन दे दिओ, ते कलगीधर पातशाह उहदी मनशा पूरी कर देंदे ने। ये विचित्र कौतक ने सतसंगत जी, विचित्र कौतक सच्चे पातशाह जी दे। शास्त्रां दे नाल किन्ना प्यार है, बचपन तो ही सतसंगत जी शस्त्रां दे नाल किन्ना प्यार है सतगुरां जी दा। किन्ने कौतक सच्चे पातशाह जी ने, वो पता नहीं चलता सतसंगत जी। कौतक तां सतगुरां जी दे बेअंत हन, पर वो किदां वो समा वेखो 7 साल के करीब सतगुरां जी ने श्री पटना साहिब समा जो सतगुरां जी ने बतीत किया है सतसंगत जी। इत्थों फिर धन गुरु तेग बहादुर साहब सच्चे पातशाह जी बुलावा भेजते ने, चिट्ठी भेजते ने कि आप हुण आनंदपुर साहब आ जाओ। परिवार समेत सतगुरु धन गुरु गोबिंद सिंह साहब सच्चे पातशाह जी, माता गुजर कौर जी, परिवार समेत सतसंगत जी श्री आनंदपुर साहब पहुंचते ने। श्री आनंदपुर साहिब चक नानकी नाम है उदों। गुरु गोबिंद सिंह साहब सच्चे पातशाह जी आकर के श्री आनंदपुर साहब जी, श्री आनंद साहब जी की बाणी पढ़ते हैं। वेखो ये बचपन तो ही सतसंगत जी किद्दां मां ने संस्कार दिते होणगे कि बाणी पढ़नी सिखाउणी, शस्त्र विद्या सिखाउणी। असीं किते दूर ते नहीं हो रहे इन्हां गुणां तो। असीं सिखाया कदी अपने बच्चों नूं कि भाई बाणी पढ़ लो। सो गुरु गोबिंद सिंह साहब सच्चे पातशाह जी ने जदों चक नानकी जो आनंदपुर साहब आकर के श्री आनंद साहब जी की बाणी पढ़ी, तो गुरु तेग बहादुर साहब सच्चे पातशाह जी इन्ने खुश हुंदे ने कि आनंदपुरी आनंदपुर साहब का नाम दे देंदे ने। ये विचित्र कौतक सच्चे पातशाह जी दे, बेअंत कौतक सच्चे पातशाह जी दे। 9 साल की उम्र सी ना इतिहास च आउंदी सच्चे पातशाह जी दी। अंत थोड़ी कोई इतिहास दा सतसंगत जी। 9 साल की उम्र इतिहास दे विच है। आरबला जदों कश्मीरी पंडित धन गुरु गोबिंद सिंह साहब सच्चे पातशाह जी दे सामने गुरु तेग बहादुर साहब जी दे चरनां च आउंदे ने। गोबिंद राय सतसंगत जी उदों सामने ने आए ने गुरु तेग बहादुर साहब सच्चे पातशाह जी दे चरनां च। मूँह दे विच घाह है, बावां उच्चियां ने, रो रहे ने, तरले लै रहे ने। ते गुरु गोबिंद सिंह साहब जी पुछदे ने, सतगुरु जी पिता जी क्यों रोंदे ने? ते सच्चे पातशाह साहब श्री गुरु तेग बहादुर साहब जी कहिंदे ने ये तां रोंदे ने, इन्हां दा धर्म खतरे दे विच है, इन्हां दे धर्म स्थान खतरे दे विच हन, इन्हां दे धर्म चिन्ह खतरे दे विच हन। ते सच्चे पातशाह जी कहिंदे ने फौजां भेज दिंने आ ते आपां बचा लईए, इन्हां नूं कढ लईए खतरे दे विचों। ते गुरु तेग बहादुर साहब सच्चे पातशाह जी कहिंदे नहीं, फौजां दे नाल नहीं, किद्दां फिर हुण किसी पूर्ण पुरुष नूं कुर्बान होना पवेगा तां, किसी पूर्ण पुरुष नूं कुर्बान होना पवेगा तां। ते उसे वेले ही फैसला किया सतसंगत जी, सलाह करके नहीं, संगत दे सन्मुख संगत दे सामने उसे वेले ही गुरु गोबिंद सिंह साहब सच्चे पातशाह जी दे बचन ने कि साहिब श्री गुरु तेग बहादुर साहब सच्चे पातशाह जी अपने पिता दे परथाए कि तुहाडे तो पूर्ण कौन है, तुसीं ही पूरे हो। ते फिर याद करिया करिए गुरमुखो, आ हसदे वसदे घर, आ रौनकां, आ तरक्कियां एक गुरु दी देन है। साहब श्री गुरु तेग बहादुर साहब सच्चे पातशाह जी दी, गुरु गोबिंद सिंह साहब सच्चे पातशाह जी दी, एक गुरु दी देन है सतसंगत जी। इत्थों सच्चे पातशाह जी चलदे ने।
ਫਿਰ ਉਹ ਬਚਨ ਸਤਿਗੁਰਾਂ ਜੀ ਦੇ ਆਪਾਂ ਪੜ੍ਹਦੇ ਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਆ ਬਚੀਏ ਜਾਓ ਘਰੇ ਜਾਓ, ਸਿਰ ਦੇ ਕੇ ਸਤ ਬਚਾਂਗਾ ਮੈਂ। ਕਿਆ ਬਚੀਓ ਜਾਓ ਘਰੇ ਜਾਓ, ਸਿਰ ਦੇ ਕੇ ਸਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁਝ ਰਹੇ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਪਾਇਆ ਦੇਸ਼ ਕੌਮ ਦੀਆਂ ਜੜ੍ਹਾਂ ਅੰਦਰ, ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ। ਭੁੱਲੀਏ ਨਾ, ਯਾਦ ਕਰਿਆ ਕਰੀਏ ਗੁਰੂ ਨੂੰ, ਤਾਂ ਫਲ ਰਿਹਾ ਹੈ। ਉਹ ਹਿੰਦੂ ਮੰਦਿਰਾਂ ਦੇ ਦੀਵਿਆਂ ਦੇ ਅੰਦਰ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਕਿੰਨੇ ਤੋਰਿਆ ਸੀ ਗੁਰਮੁਖੋ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਅੰਤ ਹੀ ਨਹੀਂ ਕੌਤਕਾਂ ਦਾ, ਅੰਤ ਹੀ ਨਹੀਂ ਉਹਦੀਆਂ ਵਡਿਆਈਆਂ ਦਾ। ਅੱਗੇ ਆਪਾਂ ਵਿਚਾਰ ਸਾਧ ਸੰਗਤ ਜੀ, ਕਿਉਂਕਿ ਗੁਰਪੁਰਬ ਦੇ ਸੰਬੰਧ ਦੇ ਵਿੱਚ ਬਚਨ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਪਨਾਂ ਦੇ ਕੌਤਕਾਂ ਨੂੰ, ਬਾਲ ਅਵਸਥਾ ਨੂੰ ਸਾਧ ਸੰਗਤ ਜੀ ਯਾਦ ਕਰ ਰਹੇ ਹਾਂ। ਕੋਈ ਅੰਤ ਹੈ ਸੱਚੇ ਪਾਤਸ਼ਾਹ ਜੀ ਦੇ ਕੌਤਕਾਂ ਦਾ? ਨਹੀਂ ਗੁਰਮੁਖੋ, ਦੇਣ ਕਦੀ ਦੇ ਨਹੀਂ ਸਕਦੇ, ਕਦੀ ਵੀ ਨਹੀਂ। ਲੱਖਾਂ ਜਨਮ ਅਸੀਂ ਇਸ ਧਰਤੀ ਦੇ ਉੱਤੇ ਲੈ ਵੀ ਲਈਏ ਨਾ, ਤਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਰਜ਼ ਨਹੀਂ ਜੇ ਅਸੀਂ ਲਾ ਸਕਦੇ, ਨਹੀਂ ਲਾ ਸਕਦੇ ਸਾਧ ਸੰਗਤ ਜੀ। ਲੋੜ ਹੈ ਧਿਆਨ ਦੇਣ ਦੀ, ਬਸ ਉਹਦੇ ਹੋ ਜਾਈਏ ਗੁਰਮੁਖੋ। ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਛੱਡੋ ਨਸ਼ਿਆਂ ਨੂੰ, ਛੱਡੋ ਵਹਿਮਾਂ ਭਰਮਾਂ ਨੂੰ, ਤੇ ਗੁਰੂ ਵਾਲੇ ਬਣੀਏ। ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋਈਏ। ਖੰਡੇ ਬਾਟੇ ਦੀ ਪੌ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋਈਏ। ਵੇਖੋ ਕਿੱਡਾ ਵੱਡਾ ਮਾਣ ਹੈ। ਜਦੋਂ ਆਪਾਂ ਪੌਲ ਛਕਦੇ ਆ ਨਾ, ਇਹ ਤਾਂ ਬੇਨਤੀਆਂ ਗੁਰਮੁਖੋ, ਲਾਭ ਖੱਟਿਆ ਕਰੋ, ਲਾਭ। ਗੁਰਪੁਰਬ ਮਨਾਉਣੇ, ਸ਼ਹੀਦੀ ਦਿਹਾੜੇ ਮਨਾਉਣੇ, ਕੁਝ ਨਾ ਕੁਝ ਤਾਂ ਮਿਲੇ। ਜਿੰਨੇ ਖੰਡੇ ਬਾਟੇ ਦੀ ਪੌ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤਰ ਬਣ ਗਿਆ, ਉਹ ਮਾਤਾ ਸਾਹਿਬ ਕੌਰ ਦਾ ਪੁੱਤਰ ਬਣ ਗਿਆ। ਜਿੰਨੇ ਖੰਡੇ ਬਾਟੇ ਦੀ ਪੌ ਲੈ ਲਈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਧੀ ਬਣ ਗਈ, ਉਹ ਮਾਤਾ ਸਾਹਿਬ ਕੌਰ ਦੀ ਧੀ ਬਣ ਗਈ। ਸਾਧ ਸੰਗਤ ਜੀ, ਉਹ ਬਣ ਗਿਆ ਅਨੰਦਪੁਰ ਦਾ ਵਾਸੀ। ਉਹਦਾ ਜਨਮ ਸ੍ਰੀ ਕੇਸਗੜ੍ਹ ਸਾਹਿਬ ਦਾ ਹੈ। ਇਹਨਾਂ ਬਖਸ਼ਿਸ਼ਾਂ ਦੀ ਲੋੜ ਹੈ ਸਾਨੂੰ ਗੁਰਮੁਖੋ। ਲਓ ਤਰਲਾ ਗੁਰੂ ਦੇ ਕੋਲ, ਆਓ ਆ ਕਰਕੇ ਮੰਗੋ ਸੱਚੇ ਪਾਤਸ਼ਾਹ ਤੋਂ, ਸੱਚੇ ਪਾਤਸ਼ਾਹ ਸਾਨੂੰ ਵੀ ਦਾਤਾਂ ਬਖਸ਼ ਦੇ। ਸੋ ਵਿਚਾਰ ਕਰਦੇ ਆ, ਅਨੇਕਾਂ ਭੁੱਲਾਂ ਹੋਈਆਂ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਬਖਸ਼ਣਹਾਰ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ